ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਨੇ ਕੀ ਗਤ ਕਹੀ ਨਾ ਜਾਏ। ਹੇ ਭਾਈ, ਨਾ ਸੁਣਨ ਵਾਲੇ ਨਾਲੋਂ ਤਾਂ ਸੁਣਨ ਵਾਲਾ ਕਈ ਦਰਜੇ ਉੱਚਾ ਹੈ, ਪਰ ਸਰਵਣ ਕਰਨ ਵਾਲੇ ਦੀ ਅਗਲੀ ਮੰਜ਼ਿਲ ਹੈ ਮੰਨਣ ਕਰਨਾ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸੁਣ ਕੇ ਮੰਨਣ ਕਰ ਲਿਆ, ਭਾਵ ਮਨ ਵਿੱਚ ਧਾਰਨ ਕਰ ਲਿਆ ਹੈ, ਉਹਨਾਂ ਦੀ ਆਤਮਿਕ ਉੱਨਤੀ ਵਿੱਚ ਜੋ ਵਾਧਾ ਹੁੰਦਾ ਹੈ ਉਹ ਕਹਿਣ ਤੋਂ ਪਰੇ ਹੈ। ਇੱਕ ਰਾਜਾ ਬੜਾ ਧਰਮਾਤਮਾ ਸੀ। ਉਸ ਦੇ ਘਰ ਇੱਕ ਲੜਕਾ ਸੀ। ਜਦੋਂ ਉਹ ਬੜਾ ਸੁੰਦਰ ਤੇ ਜਵਾਨ ਹੋ ਗਿਆ ਤਾਂ ਰਾਜੇ ਨੇ ਵਿਚਾਰਿਆ ਕਿ ਹੁਣ ਮੈਨੂੰ ਤਪੱਸਿਆ ਕਰਨੀ ਚਾਹੀਦੀ ਹੈ, ਸੋ ਕਿਧਰੇ ਜੰਗਲ ਵਿੱਚ ਜਾ ਕੇ ਤਪੱਸਿਆ ਸਾਧਾਂ ਤੇ ਮੁਕਤੀ ਨੂੰ ਪਾਵਾਂ। ਇਸ ਤਰ੍ਹਾਂ ਉਸ ਦੇ ਮਨ ਵਿੱਚ ਉਮੰਗ ਹੋ ਰਹੀ ਸੀ ਕਿ ਇੱਕ ਮਹਾਤਮਾ ਇਸ ਦੇ ਘਰ ਆਏ। ਉਹਨਾਂ ਨੇ ਘਰ ਆ ਕੇ ਪੁੱਛਿਆ ਕਿ ਮਹਾਰਾਜ ਜੀ, ਆਪ ਦਾ ਗੁਰੂ ਕਿਹੜਾ ਹੈ? ਤਾਂ ਰਾਜੇ ਨੇ ਕਿਹਾ, ਜੀ ਮੈਨੂੰ ਤਾਂ ਖਬਰ ਵੀ ਨਹੀਂ ਕਿ ਗੁਰੂ ਕੀ ਵਸਤੂ ਹੁੰਦਾ ਹੈ। ਤੁਸੀਂ ਆਗਿਆ ਕਰੋ ਤਾਂ ਮੈਂ ਧਾਰ ਲਵਾਂ। ਸੰਤਾਂ ਨੇ ਕਿਹਾ ਕਿ ਰਾਜਨ, ਬਿਨਾਂ ਗੁਰੂ ਤੋਂ ਮੁਕਤੀ ਨਹੀਂ ਮਿਲਦੀ, ਭਾਵੇਂ ਬ੍ਰਹਮਾ ਆਦਿਕ ਵੀ ਕਿਉਂ ਨਾ ਹੋਣ। ਮਹਾਤਮਾ ਦੀ ਗੱਲ ਸੁਣ ਕੇ ਰਾਜਾ ਵਿਰਕਤ ਹੋ ਕੇ ਇੱਕ ਲਾਲ ਨੂੰ ਪੱਲੇ ਬੰਨ੍ਹ ਕੇ ਜੰਗਲ ਵੱਲ ਤੁਰ ਪਿਆ। ਦਿਲ ਵਿੱਚ ਇਹ ਸਮਝਿਆ ਕਿ ਸ਼੍ਰੀ ਪਰਮੇਸ਼ਰ ਜੀ ਦਾ ਨਾਮ ਸਿਮਰਾਂਗੇ ਤੇ ਤਪੱਸਿਆ ਸਾਧ ਕੇ ਮੁਕਤੀ ਨੂੰ ਪ੍ਰਾਪਤ ਹੋਵਾਂਗੇ। ਤੇ ਮਨ ਵਿੱਚ ਵਿਚਾਰਿਆ ਕਿ ਜਿਹੜਾ ਅੱਜ ਮੈਨੂੰ ਤੁਰਦੇ ਸਮੇਂ ਦਰਵਾਜ਼ੇ ਤੋਂ ਬਾਹਰ ਮਿਲੇਗਾ ਉਸ ਨੂੰ ਹੀ ਗੁਰੂ ਕਰਕੇ ਮੰਨਾਂਗਾ। ਇਸ ਸਮੇਂ ਨੂੰ ਇੱਕ ਚੋਰ ਅੱਗੇ ਹੀ ਦੇਖ ਰਿਹਾ ਸੀ। ਉਹ ਵੀ ਪਹਿਲੇ ਰਾਜੇ ਦੇ ਮਗਰ ਮਗਰ ਤੁਰ ਪਿਆ ਅਤੇ ਅੱਗੇ ਰਸਤੇ ਵਿੱਚ ਸਤ ਸੰਗਤ ਜੁੜੀ ਹੋਈ ਸੀ ਤੇ ਕਥਾ ਵਾਰਤਾ ਹੋ ਰਹੀ ਸੀ। ਉਹ ਸੁਣਦੇ ਗਏ ਤੇ ਉੱਥੇ ਵੀ ਗੁਰੂ ਜੀ ਦੀ ਮਹਿਮਾ ਦਾ ਹੀ ਕਥਨ ਹੋ ਰਿਹਾ ਸੀ ਕਿ ਗੁਰੂ ਤੋਂ ਬਿਨਾਂ ਗਤ ਨਹੀਂ ਹੋ ਸਕਦੀ। ਦੇਖੋ, ਸ਼੍ਰੀ ਕ੍ਰਿਸ਼ਨ ਜੀ ਨੇ ਸੰਦੀਪਨ ਨੂੰ ਗੁਰੂ ਧਾਰਿਆ ਹੈ, ਸ਼੍ਰੀ ਰਾਮਚੰਦਰ ਜੀ ਨੇ ਵਸ਼ਿਸ਼ਟ ਨੂੰ ਗੁਰੂ ਧਾਰਿਆ ਹੈ। ਇਸ ਤਰ੍ਹਾਂ ਦੀ ਦੂਹਰੀ ਵਾਰੀ ਗੁਰੂ ਦੀ ਉਪਮਾ ਸੁਣ ਕੇ ਰਾਜੇ ਹੋਰੀ ਅੱਗੇ ਤੁਰ ਪਏ। ਚੋਰ ਵੀ ਮਗਰ ਮਗਰ ਤੁਰਿਆ ਗਿਆ ਤੇ ਪੱਕੀ ਠਾਣ ਲਈ ਕਿ ਇਸ ਨੂੰ ਮਾਰ ਕੇ ਮੈਂ ਜੋ ਧਨ ਲਾਲ ਇਸ ਦੇ ਪਾਸ ਹੈ ਖੋਹ ਲਵਾਂਗਾ। ਤੇ ਉਧਰ ਰਾਜੇ ਨੇ ਵੀ ਪ੍ਰਣ ਕੀਤਾ ਹੋਇਆ ਸੀ ਕਿ ਜਿਹੜਾ ਮੈਨੂੰ ਅੰਮ੍ਰਿਤ ਵੇਲੇ ਪਹਿਲਾਂ ਆ ਕੇ ਮਿਲੇਗਾ ਉਸ ਨੂੰ ਗੁਰੂ ਧਾਰਾਂਗਾ। ਅਗਲੀ ਸਵੇਰ ਚੋਰ ਨੇ ਧਨ ਦੇ ਲਾਲਚ ਕਰਕੇ ਰਾਜੇ ਨੂੰ ਪਕੜਨਾ ਚਾਹਿਆ ਤਾਂ ਪਾਸ ਜਾ ਕੇ ਕਿਹਾ, ਹੇ ਰਾਜਾ, ਤੂੰ ਕਿਸ ਕਰਕੇ ਇੱਥੇ ਬੈਠਾ ਹੈ? ਜੋ ਤੇਰੇ ਪਾਸ ਹੈ ਉਹ ਮੈਨੂੰ ਦੇ ਦੇ। ਰਾਜੇ ਨੇ ਕਿਹਾ ਕਿ ਧਨ ਭਾਗ ਮੇਰੇ ਹਨ ਜੋ ਤੁਸਾਂ ਨੇ ਦਰਸ਼ਨ ਦਿੱਤੇ। ਇਸ ਤਰ੍ਹਾਂ ਆਖ ਕੇ ਰਾਜਾ ਉਸ ਦੇ ਚਰਨ ਪਕੜਨ ਵਾਸਤੇ ਦੌੜਿਆ। ਚੋਰ ਨੇ ਜਾਣਿਆ ਕਿ ਰਾਜਾ ਮੈਨੂੰ ਪਕੜਨ ਵਾਸਤੇ ਆਇਆ ਹੈ, ਪਰ ਚੰਗਾ ਮੈਂ ਵੀ ਇਕੱਲਾ ਹਾਂ ਤੇ ਰਾਜਾ ਵੀ ਇਕੱਲਾ ਹੈ। ਜੇ ਰਾਜੇ ਨਾਲ ਯੁੱਧ ਕਰਨਾ ਪਿਆ ਤਾਂ ਕਰਾਂਗਾ। ਚੋਰ ਅੱਗੇ ਇਸ ਤਰ੍ਹਾਂ ਨਾਲ ਵਿਚਾਰਾਂ ਹੀ ਕਰਦਾ ਸੀ ਕਿ ਰਾਜਾ ਉਸ ਦੀ ਚਰਨੀ ਆ ਡਿੱਗਾ। ਜਦੋਂ ਰਾਜਾ ਉਸ ਦੀ ਚਰਨੀ ਆ ਡਿੱਗਾ ਤਾਂ ਚੋਰ ਨੇ ਜਾਣਿਆ ਕਿ ਰਾਜਾ ਮੇਰੇ ਪਾਸੋਂ ਡਰਦਾ ਹੈ, ਪਰ ਮੈਂ ਹੁਣ ਇਸ ਪਾਸੋਂ ਲਾਲ ਜ਼ਰੂਰ ਲੈ ਲਵਾਂਗਾ। ਇੰਨੇ ਨੂੰ ਰਾਜੇ ਨੇ ਕਿਹਾ ਕਿ ਹੇ ਸੁਆਮੀ ਜੀ, ਤੁਸੀਂ ਮੇਰੇ ਗੁਰੂ ਹੋ ਜੀ, ਮੈਂ ਤੁਹਾਡੇ ਉੱਪਰੋਂ ਬਲਿਹਾਰ ਜਾਂਦਾ ਹਾਂ ਜੀ। ਧਨ ਭਾਗ ਮੇਰੇ ਹਨ ਜੋ ਤੁਸਾਂ ਨੇ ਦਰਸ਼ਨ ਦਿੱਤੇ ਹਨ। ਚੋਰ ਨੇ ਕਿਹਾ, ਰਾਜਾ, ਤੂੰ ਗੁਰਦੇਵ ਕਿਸ ਨੂੰ ਆਖਦਾ ਹੈ? ਰਾਜੇ ਨੇ ਕਿਹਾ, ਮੈਂ ਬਲਿਹਾਰ ਜਾਵਾਂ ਜੀ, ਆਪਦੇ ਤਾਈਂ ਮੈਂ ਗੁਰਦੇਵ ਕਹਿੰਦਾ ਹਾਂ। ਤਾਂ ਚੋਰ ਨੇ ਕਿਹਾ, ਹੇ ਰਾਜਾ, ਮੈਂ ਚੋਰ ਹਾਂ। ਰਾਜੇ ਨੇ ਕਿਹਾ, ਹੇ ਦੀਨ ਦਿਆਲ ਜੀ, ਮੇਰੇ ਤਾਈਂ ਆਪ ਕਿਉਂ ਭਰਮਾਉਂਦੇ ਹੋ? ਤਾਂ ਚੋਰ ਨੇ ਕਿਹਾ, ਹੇ ਰਾਜਨ, ਅਬ ਤੂੰ ਮੇਰੇ ਤਾਈਂ ਕਹਿੰਦਾ ਹੈ। ਤਾਂ ਰਾਜੇ ਨੇ ਕਿਹਾ, ਜੀ ਮੈਂ ਆਪ ਜੀ ਨੂੰ ਗੁਰੂ ਧਾਰਨਾ ਚਾਹੁੰਦਾ ਹਾਂ ਜੀ। ਤਾਂ ਚੋਰ ਨੇ ਕਿਹਾ ਕਿ ਹੇ ਰਾਜਾ ਜੀ, ਗੁਰੂ ਜਿਸ ਨੂੰ ਧਾਰਨ ਕਰੀਦਾ ਹੈ ਉਸ ਦਾ ਬਚਨ ਸਤ ਪ੍ਰਤੀਤ ਕਰਕੇ ਮੰਨੀਦਾ ਹੈ, ਔਰ ਗੁਰਦੇਵ ਨੂੰ ਤਨ ਮਨ ਧਨ ਅਰਪਣ ਕਰ ਦਈਦਾ ਹੈ। ਸੋ ਤੂੰ ਜੋ ਪਦਾਰਥ ਘਰੋਂ ਲਿਆਇਆ ਹੈ ਸੋ ਮੇਰੇ ਅੱਗੇ ਰੱਖ ਦੇ, ਤਾਂ ਮੈਂ ਤੇਰਾ ਗੁਰੂ ਬਣਦਾ ਹਾਂ। ਰਾਜੇ ਨੇ ਕਿਹਾ,
ਗੁਰਦੇਵ ਦੀਨ ਬੰਧੂ ਜੀ, ਮੈਂ ਤਾਂ ਘਰ ਤੋਂ ਕੇਵਲ ਰਤਨ ਲਾਲ ਹੀ ਲਿਆਂਦਾ ਹੈ, ਸੋ ਇਹ ਲਵੋ ਅਤੇ ਇਹ ਲਾਲ ਆਪ ਦਾ ਹੀ ਹੈ, ਅਤੇ ਦੂਜਾ ਮੇਰਾ ਸਰੀਰ, ਦੋਵੇਂ ਤੁਹਾਡੀ ਭੇਟ ਹਨ ਜੀ, ਭਾਵੇਂ ਜੋ ਚਾਹੋ ਸੋ ਕਰੋ। ਚੋਰ ਰਾਜਾ ਪਾਸੋਂ ਉਹ ਰਤਨ ਲਾਲ ਲੈ ਕੇ ਕਹਿਣ ਲੱਗਾ, ਹੇ ਰਾਜਾ, ਗੁਰੂ ਦਾ ਹੁਕਮ ਫੇਰਨਾ ਨਹੀਂ, ਪਰ ਇਸ ਜਗ੍ਹਾ ਉੱਪਰੋਂ ਉੱਠਣਾ ਨਹੀਂ, ਜਿਤਨਾ ਚਿਰ ਮੈਂ ਨਾ ਆਵਾਂ। ਤਾਂ ਰਾਜੇ ਨੇ ਕਿਹਾ, ਹੇ ਪ੍ਰਮਾਤਮਾ ਗੁਰਦੇਵ ਜੀ, ਮੈਂ ਆਪ ਜੀ ਤੋਂ ਬਲਿਹਾਰ ਜਾਂਦਾ ਹਾਂ, ਜਿਤਨਾ ਚਿਰ ਆਪ ਮੈਨੂੰ ਦੀਦਾਰ ਨਹੀਂ ਦਿਓਗੇ, ਉਤਨਾ ਚਿਰ ਮੈਂ ਕਦੀ ਇੱਕ ਕਦਮ ਵੀ ਨਾ ਉੱਠਾਂਗਾ। ਇਹ ਗੱਲ ਰਾਜਾ ਜੀ ਦੀ ਸੁਣ ਕੇ ਚੋਰ ਲਾਲ ਲੈ ਕੇ ਉੱਠ ਨੱਠਾ ਕਿ ਮਤਾਂ ਹੁਣ ਵੀ ਰਾਜਾ ਆ ਮਿਲੇ। ਇਹ ਗੱਲ ਚਿੱਤ ਵਿੱਚ ਵਿਚਾਰਦਾ ਨੱਸਦਾ ਭੱਜਦਾ ਚੋਰ ਇੱਕ ਨਗਰ ਵਿੱਚ ਜਾ ਬੈਠਾ, ਅਤੇ ਰਾਜਾ ਉਸੇ ਥਾਂ ਉਦਿਆਨ ਵਿੱਚ ਬੈਠਾ ਰਿਹਾ। ਜਦੋਂ ਰਾਜੇ ਨੂੰ ਉਸ ਥਾਂ ਬੈਠਿਆਂ 1 ਸਾਲ ਗੁਜ਼ਰ ਗਿਆ, ਤਾਂ ਸ਼੍ਰੀ ਨਿਰੰਕਾਰ ਜੀ ਭਗਤਾਂ ਦੇ ਹਿਰਦੇ ਦੀ ਜਾਣਨ ਹਾਰੇ ਆਪ ਰਾਜੇ ਦੇ ਪਾਸ ਆਏ ਤੇ ਕਿਹਾ ਕਿ ਹੇ ਰਾਜਨ, ਤੂੰ ਇੱਥੇ ਕਿਉਂ ਬੈਠਾ ਹੈ? ਇੱਥੇ ਤੇਰਾ ਕੁਝ ਨਹੀਂ ਸਵਰਨਾ। ਤੂੰ ਕਿਸੇ ਤੀਰਥ ਤੇ ਜਾ ਤੇ ਜਾ ਕੇ ਉਸ ਨਿਰੰਕਾਰ ਦਾ ਚਿੰਤਨ ਕਰ, ਜਾਂ ਕਿਸੇ ਸੰਤ ਮਹਾਤਮਾ ਨੂੰ ਮਿਲ, ਜਾਂ ਕਿਸੇ ਨਗਰ ਵਿੱਚ ਜਾ ਕੇ ਬੈਠ। ਰਾਜੇ ਨੇ ਕਿਹਾ ਕਿ ਹੇ ਦੀਨਾਨਾਥ ਜੀ, ਮੈਨੂੰ ਗੁਰਦੇਵ ਜੀ ਦਾ ਹੁਕਮ ਹੈ ਜੋ ਮੇਰੇ ਆਉਂਦਿਆਂ ਤੱਕ ਇੱਥੇ ਹੀ ਬੈਠੀ, ਸੋ ਮੈਂ ਤਾਂ ਗੁਰਦੇਵ ਜੀ ਦੀ ਆਗਿਆ ਬਗੈਰ ਕਦੇ ਨਹੀਂ ਉੱਠਾਂਗਾ। ਤਾਂ ਫਿਰ ਸ਼੍ਰੀ ਠਾਕੁਰ ਜੀ ਨੇ ਕਿਹਾ, ਹੇ ਰਾਜਾ, ਉਹ ਤਾਂ ਚੋਰ ਸੀ ਤੇ ਤੂੰ ਉਸ ਦੀ ਆਗਿਆ ਨੂੰ ਮੰਨ ਕੇ ਨਰਕਾਂ ਨੂੰ ਜਾਏਗਾ। ਅਜੇ ਵੀ ਕਿਸੇ ਸਾਧ ਦੀ ਸ਼ਰਨ ਜਾ ਤੇ ਹੋਰ ਕਿਸੇ ਮਹਾਤਮਾ ਨੂੰ ਗੁਰੂ ਧਾਰਨ ਕਰ, ਤਾਂ ਤੇਰੀ ਗਤੀ ਹੋਵੇਗੀ। ਰਾਜੇ ਨੇ ਕਿਹਾ, ਹੇ ਠਾਕੁਰ ਜੀ, ਮੈਂ ਤਾਂ ਉਸ ਸਾਧ ਜੈਸਾ ਕੋਈ ਸਾਧ ਨਹੀਂ ਦੇਖਿਆ। ਜੇਕਰ ਉਹ ਸਾਧ ਹੈ ਤਾਂ ਵੀ, ਜੇਕਰ ਉਹ ਚੋਰ ਹੈ ਤਾਂ ਵੀ ਮੇਰਾ ਉਹੀ ਸਤਿਗੁਰਦੇਵ ਹੈ। ਤਾਂ ਠਾਕੁਰ ਜੀ ਨੇ ਕਿਹਾ, ਅੱਛਾ, ਤੂੰ ਜਾਣ ਰਾਜਨ, ਬੈਠਾ ਰਹਿ। ਠਾਕੁਰ ਜੀ ਇਹ ਗੱਲ ਕਹਿ ਕੇ ਚਲੇ ਗਏ, ਪਰ ਰਾਜੇ ਨੂੰ ਉੱਥੇ ਬੈਠਿਆਂ 3 ਸਾਲ ਹੋ ਗਏ। ਜਦੋਂ ਰਾਜੇ ਨੂੰ ਉੱਥੇ ਬੈਠਿਆਂ 3 ਸਾਲ ਹੋਏ, ਤਾਂ ਠਾਕੁਰ ਜੀ ਬਹੁਤ ਕੰਬੇ ਤੇ ਮਨ ਵਿੱਚ ਕਿਹਾ ਕਿ ਰਾਜਾ ਤਾਂ ਐਸੀ ਦ੍ਰਿੜਤਾ ਬਣ ਬੈਠਾ ਹੈ, ਅਤੇ ਰਾਜੇ ਦਾ ਨੇਮ ਮੇਰੇ ਪਾਸੋਂ ਹੁਣ ਸਹਾਰਿਆ ਨਹੀਂ ਜਾਂਦਾ। ਇਹ ਗੱਲ ਵਿਚਾਰ ਕੇ ਸ਼੍ਰੀ ਠਾਕੁਰ ਜੀ ਫਿਰ ਰਾਜੇ ਦੇ ਪਾਸ ਆਏ ਤੇ ਕਹਿਣ ਲੱਗੇ, ਹੇ ਰਾਜਨ, ਹੁਣ ਤੂੰ ਖੜਾ ਹੋ। ਰਾਜੇ ਨੇ ਕਿਹਾ, ਹੇ ਪ੍ਰਭੂ ਜੀ, ਬਿਨਾਂ ਗੁਰਦੇਵ ਦੀ ਆਗਿਆ ਤੋਂ ਮੈਂ ਕਿਵੇਂ ਉੱਠਾਂ? ਤਾਂ ਸ਼੍ਰੀ ਠਾਕੁਰ ਜੀ ਨੇ ਕਿਹਾ, ਹੇ ਰਾਜਾ, ਜਿਸ ਨੂੰ ਤੂੰ ਆਰਾਧਦਾ ਹੈ ਮੈਂ ਤਾਂ ਉਹੀ ਹਾਂ। ਮੇਰੀ ਆਗਿਆ ਹੈ ਕਿ ਤੂੰ ਪਰਮ ਭਗਤ ਨੂੰ ਪ੍ਰਾਪਤ ਹੋਇਆ ਹੈ, ਹੁਣ ਤੂੰ ਬੈਕੁੰਠ ਨੂੰ ਚੱਲ। ਤੇਰਾ ਨਾਮ ਸਿਮਰਨਾ ਪੂਰਨ ਹੋ ਗਿਆ ਹੈ। ਰਾਜੇ ਨੇ ਕਿਹਾ, ਜੀ, ਮੈਂ ਤੁਹਾਡੇ ਦਰਸ਼ਨ ਉੱਪਰੋਂ ਬਲਿਹਾਰ ਜਾਵਾਂ, ਜੋ ਆਪ ਨੇ ਮੇਰੇ ਉੱਪਰ ਬੜੀ ਕਿਰਪਾ ਕੀਤੀ ਹੈ, ਪਰ ਗੁਰਦੇਵ ਜੀ ਦੀ ਆਗਿਆ ਬਗੈਰ ਮੈਂ ਕੈਸੇ ਉੱਠਾਂ? ਸ਼੍ਰੀ ਠਾਕੁਰ ਜੀ ਨੇ ਕਿਹਾ, ਹੇ ਰਾਜਾ, ਉਹ ਤਾਂ ਚੋਰ ਸੀ, ਤੈਨੂੰ ਠੱਗਣ ਵਾਸਤੇ ਆਇਆ ਸੀ, ਤੇਰੇ ਪਾਸੋਂ ਰਤਨ ਠੱਗ ਕੇ ਲੈ ਗਿਆ, ਅਤੇ ਹੁਣ ਤੂੰ ਉਸ ਨੂੰ ਕਿੱਥੇ ਲੱਭਦਾ ਹੈ? ਹੁਣ ਤੂੰ ਬੈਕੁੰਠ ਨੂੰ ਚੱਲ। ਰਾਜੇ ਨੇ ਠਾਕੁਰ ਜੀ ਦੀ ਗੱਲ ਸੁਣ ਕੇ ਕਿਹਾ, ਬਲਿਹਾਰ ਜਾਵਾਂ ਜੀ ਤੁਹਾਡੇ ਦਰਸ਼ਨਾਂ ਤੋਂ, ਪਰ ਸ਼੍ਰੀ ਗੁਰਦੇਵ ਦੀ ਆਗਿਆ ਤੋਂ ਬਿਨਾਂ ਮੈਂ ਤਾਂ ਨਹੀਂ ਉੱਠਾਂਗਾ। ਤਾਂ ਅਕਾਲ ਪੁਰਖ ਨੇ ਕਿਹਾ ਕਿ ਹੇ ਰਾਜਾ, ਤੂੰ ਚੋਰ ਦੇ ਨਾਲ ਨਰਕਾਂ ਨੂੰ ਜਾਣਾ ਚਾਹੁੰਦਾ ਹੈ? ਤਾਂ ਰਾਜੇ ਨੇ ਕਿਹਾ, ਚੰਗੀ ਬਾਤ ਹੈ, ਮੈਂ ਆਪਣੇ ਗੁਰਾਂ ਦੇ ਨਾਲ ਨਰਕ ਨੂੰ ਵੀ ਜਾਵਾਂ ਤਾਂ ਵੀ ਚੰਗੀ ਗੱਲ ਹੈ, ਪਰ ਮੈਂ ਬਗੈਰ ਆਪਣੇ ਗੁਰੂ ਦੇ ਹੁਕਮ ਤੋਂ ਕੁਝ ਵੀ ਨਹੀਂ ਕਰਾਂਗਾ। ਇਸ ਤਰ੍ਹਾਂ ਨਾਲ ਰਾਜੇ ਦਾ ਨਿਸ਼ਚਾ ਪੱਕਾ ਦੇਖ ਕੇ ਸ਼੍ਰੀ ਠਾਕੁਰ ਜੀ ਚੋਰ ਦੇ ਪਾਸ ਆਏ ਤੇ ਉਸ ਨੂੰ ਆਖਣ ਲੱਗੇ ਕਿ ਹੇ ਪਾਪੀ, ਤੂੰ ਰਾਜੇ ਨੂੰ ਜੰਗਲ ਵਿੱਚ ਬਿਠਾ ਕੇ ਭੁੱਖੇ ਪਿਆਸੇ ਨੂੰ ਹੀ ਛੱਡ ਕੇ ਮੁੜ ਖਬਰ ਨਹੀਂ ਲਈ। ਹੁਣ ਤੂੰ ਜਾ ਕੇ ਉਸ ਰਾਜੇ ਦੀ ਦਸ਼ਾ ਨੂੰ ਦੇਖ। ਤਾਂ ਚੋਰ ਨੇ ਕਿਹਾ ਕਿ ਹੇ ਮਹਾਰਾਜ ਜੀ, ਤੁਸੀਂ ਕਿਸ ਦੀ ਬਾਤ ਕਰਦੇ ਹੋ? ਮੈਂ ਤਾਂ ਕਿਸੇ ਨੂੰ ਵੀ ਨਹੀਂ ਬਿਠਾਇਆ। ਤਾਂ ਮਹਾਰਾਜ ਜੀ ਨੇ ਕਿਹਾ ਕਿ ਹੇ ਚੋਰ, ਜਿਸ ਰਾਜੇ ਪਾਸੋਂ ਤੂੰ ਲਾਲ ਲੈ ਕੇ ਆਇਆ ਹੈ, ਹੁਣ ਤੂੰ ਆਖਦਾ ਹੈ ਕਿ ਮੈਂ ਨਹੀਂ ਜਾਣਦਾ ਕਿ ਕਿਹੜਾ ਹੈ, ਪਰ ਉਹ ਵਿਚਾਰਾ ਤੇਰੀ ਆਗਿਆ ਨੂੰ ਉਡੀਕਦਾ ਜੰਗਲ ਵਿੱਚ ਬੈਠਾ ਹੋਇਆ ਉੱਠਦਾ ਹੀ ਨਹੀਂ। ਤਾਂ ਚੋਰ ਨੇ ਮਨ ਵਿੱਚ ਵਿਚਾਰਿਆ
ਕਿ ਰਾਜਾ ਜੀ ਤਾਂ ਉੱਥੇ ਹੀ ਬੈਠੇ ਹਨ, ਤੇ ਇਹ ਕੌਣ ਹੈ ਜਿਹੜਾ ਮੈਨੂੰ ਉੱਥੇ ਲਿਜਾਣਾ ਚਾਹੁੰਦਾ ਹੈ। ਫਿਰ ਮਹਾਰਾਜ ਜੀ ਨੂੰ ਆਖਣ ਲੱਗਾ ਕਿ ਹੇ ਮਹਾਰਾਜ ਜੀ, ਤੁਸੀਂ ਕੌਣ ਹੋ। ਤਾਂ ਮਹਾਰਾਜ ਜੀ ਨੇ ਕਿਹਾ ਕਿ ਮੈਂ ਨਿਰੰਕਾਰ ਹਾਂ। ਚੋਰ ਨੇ ਇਹ ਗੱਲ ਸੁਣਦੇ ਸਾਰ ਹੀ ਮਹਾਰਾਜ ਜੀ ਦੇ ਚਰਨ ਪਕੜ ਲਏ ਤੇ ਵਾਰੀ-ਵਾਰੀ ਮੱਥਾ ਟੇਕਣ ਲੱਗਾ, ਤੇ ਬੜਾ ਹੀ ਸ਼ਰਮਿੰਦਾ ਜਿਹਾ ਹੋ ਕੇ ਰਾਜੇ ਵੱਲ ਉੱਠ ਤੁਰਿਆ। ਤੇ ਠਾਕੁਰ ਜੀ ਨੇ ਜਾ ਕੇ ਕਿਹਾ ਕਿ ਹੇ ਰਾਜਨ, ਵੇਖ ਚੋਰ ਆਇਆ ਹੈ, ਤੂੰ ਅੱਖਾਂ ਖੋਲ। ਰਾਜੇ ਨੇ ਕਿਹਾ ਕਿ ਧੰਨ ਭਾਗ ਮੇਰੇ ਹੋਏ ਜੋ ਗੁਰਾਂ ਨੇ ਆ ਕੇ ਦਰਸ਼ਨ ਦਿੱਤੇ ਹਨ। ਉੱਠ ਕੇ ਚਰਨੀ ਪੈ ਗਿਆ ਤੇ ਫਿਰ ਸ਼੍ਰੀ ਠਾਕੁਰ ਜੀ ਦੀ ਚਰਨੀ ਲੱਗਾ। ਸੋ ਸਾਧ ਸੰਗਤ ਜੀ, ਇਸ ਸਾਖੀ ਦਾ ਭਾਵ ਅਰਥ ਇਹ ਹੈ ਕਿ ਰਾਜਾ ਚੋਰ ਦੀ ਆਗਿਆ ਮੰਨ ਕੇ ਤਰ ਗਿਆ ਤੇ ਚੋਰ ਨੂੰ ਵੀ ਤਾਰਿਆ। ਗੁਰੂ ਜੀ ਬਚਨ ਕਰਦੇ ਹਨ ਕਿ ਜੋ ਗੁਰੂ ਦਾ ਬਚਨ ਮੰਨਦਾ ਹੈ ਉਸ ਦੀ ਗਤ ਕਹੀ ਨਹੀਂ ਜਾਂਦੀ। ਉਹ ਆਪ ਵੀ ਸੰਸਾਰ ਤੋਂ ਤਰ ਜਾਂਦਾ ਹੈ ਤੇ ਹੋਰਨਾਂ ਨੂੰ ਵੀ ਤਾਰ ਲੈਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।